स्टेज ते जे तमाशा करना है हुण नहीं वो बनती, सके भरावां दी भी नहीं बनती। कई बार जिस पार्टी 'च अपना साह औखा है आपां नूं जबरदस्ती कोई बिठा के रखदा, आपां नूं की लोड़ पई आ उस पार्टी 'च रहण दी। पंजाब 'ਚ ਉਹਨਾਂ ਦੀ थोड़ी गल तो है नहीं गी ते हत्थ जमा के देखना चाहिए, क्योंकि हुण ये पार्टियां दे विच तां उन्होंने देख लिया इंडिपेंडेंट रख सकदा, अपनी अलग गल रख सकदा, क्योंकि ना तुसीं अकाली दल 'ਚ जाना ना बीजेपी जाना, कांग्रेस 'ਚ हुण तुहाडी दाल नहीं गल रही, फिर होर मैं गलत किया कोई। ਅੱਜ ਸਾਡੇ ਨਾਲ ਮੌਜੂਦ ਨੇ ਲੋਕ ਸਭਾ ਹਲਕਾ ਲੁਧਿਆਣਾ ਤੋਂ MP ਰਮਨੀਤ ਸਿੰਘ ਬਿੱਟੂ ਜੀ। ਉਹ ਅੱਜ ਇੱਥੇ ਮਾਛੋੜਾ ਸਾਹਿਬ ਤੇ ਵਿਸ਼ੇਸ਼ ਤੌਰ ਤੇ ਆਏ ਸੀ। ਅੱਜ ਅਸੀਂ ਉਹਨਾਂ ਨਾਲ ਕੁਝ ਸਿਆਸੀ ਕੁਝ ਕਿਸਾਨੀ ਮੁੱਦਿਆਂ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਤੇ ਰਮਨੀਤ ਸਿੰਘ ਬਿੱਟੂ ਜੀ ਤੋਂ ਅਸੀਂ ਪੁੱਛਾਂਗੇ ਜਿਹੜਾ ਅੱਜ ਕੱਲ੍ਹ ਬਹੁਤ ਹੀ ਮੁੱਦਾ ਪੱਕਿਆ ਹੋਇਆ ਕਿਸਾਨੀ ਦਾ, ਆਰਡੀਨੈਂਸਾਂ ਬਾਰੇ, ਜਿਨ੍ਹਾਂ ਦੇ ਵਿੱਚ ਬਾਰੇ ਰਮਨੀਤ ਸਿੰਘ ਬਿੱਟੂ ਜੀ ਨੇ ਕਾਫੀ ਲੋਕ ਸਭਾ 'ਚ ਆਵਾਜ਼ ਵੀ ਉਠਾਈ, ਬੁਲੰਦ ਵੀ ਕੀਤੀ ਕਿਸਾਨਾਂ ਦੇ ਹੱਕ 'ਚ। ਅਸੀਂ ਉਹਨਾਂ ਪੁੱਛਦੇ ਹਾਂਜੀ ਸਾਡੇ ਨਾਲ ਮੌਜੂਦ ਨੇ MP ਸਾਹਿਬ, ਜਿਹੜਾ ਲੋਕ ਸਭਾ ਦੇ ਵਿੱਚ ਇਹ ਆਰਡੀਨੈਂਸ ਬਾਰੇ ਤੁਸੀਂ ਆਵਾਜ਼ ਵੀ ਉਠਾਈ ਆ, ਅੱਜ ਕਿਸਾਨਾਂ ਨੂੰ ਸੱਦਾ ਵੀ ਦਿੱਤਾ ਗਿਆ ਵਾ, ਇਹਦੇ ਬਾਰੇ ਤੁਹਾਡਾ ਕੀ ਹੱਲ ਕੀ ਨਿਕਲਦੀ ਉਮੀਦ ਹੈ ਜੀ? ਆਪਾਂ ਨੂੰ ਤਾਂ ਅੱਜ ਬੁਲਾਇਆ ਨਾ, ਪਹਿਲਾਂ ਉਹਨਾਂ ਨੇ ਕਈ ਸਟੇਟਾਂ ਦੇ ਜਥੇਬੰਦੀਆਂ ਨੂੰ ਪਹਿਲਾਂ ਰੋਜ਼ ਮੀਟਿੰਗ ਕਰ ਰਹੇ ਆ, ਇਹ ਤਿਆਰੀ ਕਰ ਰਹੇ ਆ ਵੀ ਦੇਖੋ ਜੀ ਸਾਰੀਆਂ ਸਟੇਟਾਂ ਬਾਕੀ ਤਾਂ ਤਿਆਰ ਨੇ, ਉਹ ਆਪਣੇ ਬੰਦੇ ਮਨਾ ਕੇ ਵੀ ਤੁਹਾਡਾ ਪੰਜਾਬ ਹੀ ਕਿਉਂ ਹੈ। ਤੇ ਕੱਲ ਜਿਹੜੀ ਪੁਰੀ ਸਾਹਿਬ ਨੇ ਜਿਹੜੇ ਡੁਪਲੀਕੇਟ ਪੰਜਾਬੀ ਨੇ, ਨਕਲੀ ਪੰਜਾਬੀ ਨੇ, ਉਹ ਕੱਲ ਆ ਕੇ ਫੇਰ ਇਹੀ ਗੱਲਾਂ ਕਰਦੇ ਰਹੇ ਨੇ। ਕਿਉਂ 10 ਮੰਤਰੀ ਭੇਜੇ ਕੱਲ, ਜੇ ਉਹਨਾਂ ਨੇ ਅੱਜ ਕਿਸਾਨਾਂ ਦੀ ਗੱਲ ਮੰਨਣੀ ਹੁੰਦੀ ਤੇ ਕੱਲ ਮੰਤਰੀ ਉਸੇ ਗੱਲ ਤੇ ਜ਼ੋਰ ਪਾ ਰਹੇ ਸੀ ਜੀ। ਤੇ ਪੁਰੀ ਸਾਹਿਬ ਉਹੀ ਗੱਲਾਂ ਸੇਮ ਜਿਹੜੀਆਂ ਚੰਡੀਗੜ੍ਹ ਕਰਕੇ ਗਏ ਸੀ, ਅੰਮ੍ਰਿਤਸਰ ਕਰਕੇ ਗਏ ਆ, ਤੇ ਗੁੱਸਾ ਉਹਦਾ ਕਿੰਨਾ ਗੁੱਸਾ ਹੈ ਜਿਹੜਾ ਉਹ ਤੁਹਾਡੇ ਮੂਹਰੇ ਆ। ਇੱਕ ਜਿਹੜਾ ਭਾਜਪਾ ਤੇ ਆਗੂ ਪ੍ਰਧਾਨ ਤੇ ਹਮਲਾ ਹੋਇਆ ਉਹਦੇ ਬਾਰੇ ਤੁਹਾਡਾ ਦੇਖੋ ਡਾਕਟਰ ਸਾਹਿਬ, ਇਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਨਾ ਵੀ ਇਹ ਗੁੱਸਾ ਹੈ। ਜਦੋਂ ਬਾਰ-ਬਾਰ ਤੁਸੀਂ ਮੰਤਰੀ ਭੇਜਦੇ ਹੋ, ਕਦੇ ਆਪਣੇ ਵੀਡੀਓ ਕਾਨਫਰੰਸਿੰਗ ਕਰਦੇ ਹੋ ਵੀ ਨਹੀਂ ਇਹ ਬਿੱਲ ਚੰਗਾ ਹੈ ਬੀਜੇਪੀ। ਹੁਣ ਸੁਣੋ ਮੇਰੀ ਗੱਲ, ਮੈਂ ਤਾਂ ਤੁਹਾਡੇ ਮੂਹਰੇ ਇਹ ਕਹਿਣਾ ਵੀ ਜਿਹੜਾ ਵੀ ਇਹ ਅਟੈਕ ਹੋਇਆ ਪ੍ਰਧਾਨ ਜੀ ਅਸ਼ਵਨੀ ਜੀ ਤੇ, ਉਹ ਮੈਂ ਕਰਵਾਇਆ। ਅੱਛਾ, ਅੱਗੇ ਵੀ ਜਿਹੜਾ ਬੀਜੇਪੀ ਵਾਲਿਆਂ ਤੇ ਹਮਲਾ ਹੋਊਗਾ ਉਹ ਮੇਰੇ ਨਾਂ ਲਾ ਦੇਣ, ਮੇਰੇ ਨਾਂ ਕੇਸ ਪਾ ਦੇਣ, ਕਿਉਂਕਿ ਤੁਸੀਂ ਜਾਣ ਬੁੱਝ ਕੇ ਰੋਜ਼ ਹੂਟਰ ਮਾਰ ਕੇ, ਸਾਇਰਨ ਮਾਰ ਕੇ ਜਿੱਥੇ ਕਿਸਾਨ ਬੈਠੇ ਨੇ ਤੁਸੀਂ ਰੋਜ਼ ਚੜਾ ਲੰਘਦੇ ਉਹਨਾਂ ਨੂੰ। ਇਹੀ ਢੋਲ ਸੀ ਜਿੱਥੋਂ ਪਠਾਨਕੋਟ ਤੋਂ ਰੋਜ਼ ਅਸ਼ਵਨੀ ਜੀ ਲੰਘਦੇ ਆ, ਤੇ ਬਾਕੀ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਨੇ ਸਿਕਿਉਰਟੀਆਂ ਨਾਲ ਲਈਆਂ ਹੋਈਆਂ, ਤੇ ਉਹ ਹੂਟਰ ਮਾਰ ਹੋਰ ਕਿਸਾਨਾਂ ਨੂੰ ਛੇੜ ਲੰਘਦੇ ਆ ਵੀ ਤੁਹਾਡੇ ਉਲਟ। ਅੱਜ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਏ, ਅੱਜ ਜਲੰਧਰ 'ਚ ਕਰਕੇ ਆ ਰਹੇ ਸੀ ਸਾਰੇ, ਤੇ ਇਸ ਕਰਕੇ ਕਿਸੇ ਕਿਸਾਨ ਨੂੰ, ਕਾਂਗਰਸ ਦੀ ਤਾਂ ਗੱਲ ਛੱਡੋ, ਜਿਹੜੇ ਕਹਿੰਦੇ ਆ ਕਾਂਗਰਸੀ ਨੇ ਕਰਾਇਆ, ਇਹ ਤਾਂ ਇੱਕ ਚਲੋ ਸਿਆਸੀ ਉਹਨਾਂ ਦਾ ਗੱਲ ਆ ਕਹਿਣ ਦੀ ਆ। ਹੁਣ ਉਹ ਇਹ ਕੀ ਕਹਿਣ ਵੀ ਕਿਸਾਨ ਇੰਨਾ ਗੁੱਸੇ 'ਚ ਆ ਗਿਆ ਵੀ ਤੁਸੀਂ ਸੜਕਾਂ ਤੇ ਅਸੀਂ ਬੱਚੇ ਰੁਲ ਰਹੇ ਆ, ਰੇਲਵੇ ਲਾਈਨਾਂ ਤੇ ਰੁਲ ਰਹੇ ਆ, ਤੇ ਹੋਰ ਤੁਸੀਂ ਜਾਣ ਕਦੇ ਪਿੰਡਾਂ ਜਾਣ ਦਾ ਪ੍ਰੋਗਰਾਮ ਬਣਾਉਂਦੇ ਹੋ। ਤੁਹਾਨੂੰ ਪਹਿਲਾਂ ਕਿੰਨੀ ਵਾਰ ਚੁੱਗ ਸਾਹਿਬ ਨੇ ਹੋਰਾਂ ਨੇ ਪਿਆਰ ਨਾਲ ਕਿੰਨੀ ਵਾਰ ਸਮਝਾ ਕੇ ਮੋੜਿਆ, ਜਦੋਂ ਹੁਣ ਤੁਸੀਂ ਜਾਣ ਕੇ ਧੱਕੇ ਨਾਲ ਪੈਨੀਟ੍ਰੇਟ ਕਰਦੇ ਹੋ ਵਿੱਚ, ਫਿਰ ਕਿਸਾਨ ਹੋਰ ਕੀ ਕਰੇ? ਅੱਕਿਆ ਕਾਇਆ ਰਾਤ ਤੱਕ ਦਿਨ ਰਾਤ ਬੈਠਾ, ਰਾਤ ਨੂੰ ਜਦੋਂ ਸਾਇਰਨ ਮਾਰ ਕੇ ਲੰਘਦੇ ਹੋ, ਤੇ ਕਿਸਾਨਾਂ ਤੇ ਇਹਨਾਂ ਦਾ ਇਹ ਲੱਭਣ ਦੀ ਲੋੜ ਆ। ਮੈਂ ਸੌਖੀ ਗੱਲ ਕਰ ਦਿੰਦਾ, ਸਾਡੀ ਸਰਕਾਰ ਨੂੰ ਵੀ ਸੈਂਟਰ ਦੀ ਨੂੰ ਵੀ ਪਰਚਾ ਜਿਹੜਾ ਦਰਜ ਕਰਨਾ ਉਹ ਮੇਰੇ ਤੇ ਦਰਜ ਕਰਨ, ਨਾ ਕਿਸਾਨਾਂ ਨੂੰ ਕਿਸੇ ਨੂੰ ਇਹ 'ਚ ਫਸਾਉਣ ਦੀ ਲੋੜ ਆ, ਨਾ ਲੱਭਣ ਦੀ ਲੋੜ ਆ, ਨਾ ਕਿਸੇ ਕਾਂਗਰਸ ਦੀ ਲੱਭਣ ਦੀ ਲੋੜ ਆ। ਜਦੋਂ ਮੈਂ ਜ਼ਿੰਮੇਵਾਰੀ ਲੈਣਾ ਵੀ ਜਿਹੜਾ ਵੀ, ਜੇ ਮੈਂ ਇਹ ਕਹਿਣਾ ਇਹ ਡੈਮੋਕ੍ਰੇਸੀ 'ਚ, ਲੋਕਤੰਤਰ 'ਚ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਇਹ ਜਿਹੜਾ ਬਹੁਤ ਜਿਹੜਾ ਇਹ 'ਚ ਜੇ ਮਤਲਬ ਇਹ ਕੋਈ ਵਾਇਲੈਂਟ ਅਖਤਿਆਰ ਕਰੇਗਾ ਤੇ ਉਹ ਏਜੰਸੀਆਂ ਕਰਨਗੀਆਂ ਜਾਂ ਹੋਰ ਕਰਨਗੀਆਂ, ਏਜੰਸੀਆਂ ਕਰਨ ਨਾ ਕਰਨ, ਪਰ ਕਿਸਾਨ ਕਿੰਨਾ ਚਿਰ ਬੈਠਾ ਰਹੂ? ਉਹਦੀਆਂ ਫਸਲਾਂ ਜਿਹੜੀਆਂ ਆਈਆਂ ਖੜੀਆਂ, ਪੁੱਤ ਵਰਗੀ ਫਸਲ ਆਪਣੀ ਜਿਹੜੀ ਜਮਾ ਮੰਡੀ 'ਚ ਲਿਆਉਣ ਨੂੰ ਖੜੀ ਹੈ, ਤੇ ਉਹ ਬੈਠਾ ਉੱਤੇ ਹੋਰ ਇਹਨਾਂ ਨੂੰ ਪੂਜੇ। ਮੈਂ ਨਹੀਂ ਇਹ ਕਹਿੰਦਾ ਵੀ ਇਹਨਾਂ ਨੂੰ ਕਰੋ, ਪਰ ਜਦੋਂ ਇਹ ਜਾਣ ਕੇ ਸਾਇਰਨ ਮਾਰ ਗੱਡੀਆਂ ਲੈ ਕੇ ਆਪਣੀਆਂ ਲੀਡਰੀਆਂ ਲਿਸ਼ਕਾਉਣ ਜਾਣਗੇ, ਤੇ ਫਿਰ ਕਿਸਾਨ ਦੀ ਗੱਲ ਤਾਂ ਛੱਡੋ, ਪਰ ਅਸੀਂ ਉਹ ਕਹਿੰਦੇ ਆ ਵੀ ਅਸੀਂ ਉਹ ਇਹਨਾਂ ਨੂੰ ਮੂੰਹ ਮੋੜਵਾ ਜਵਾਬ ਆ ਜਿਹੜਾ ਇਹ ਦਵਾਂਗੇ ਵਾਇਲੇਟ ਹੋਣ ਦੀ। ਮੈਂ ਨਹੀਂ ਕਹਿੰਦਾ ਲੋੜ, ਪਰ ਜਦੋਂ ਇਹ ਗੱਲ ਹੁਣ ਕਿਸੇ ਨੇ ਕਰੀ ਦਿੱਤੀ ਆ ਤਾਂ ਜ਼ਿੰਮੇਵਾਰੀ ਮੈਂ ਲੈਣ ਨੂੰ ਤਿਆਰ ਆ ਵੀ ਮੈਂ ਕਰਵਾਇਆ ਇਹ ਕੰਮ। ਅੱਗੇ ਵੀ ਜੇ ਕੋਈ ਕਰੂਗਾ ਕਿਸਾਨ ਤੇ ਉਂਗਲੀ ਚੱਕਣ ਦੀ ਲੋੜ ਨਹੀਂ, ਅਸੀਂ ਇਹਦਾ ਜ਼ਿੰਮੇਵਾਰੀ ਲਵਾਂਗੇ ਵੀ ਅਸੀਂ ਕੀਤਾ ਕਿਸਾਨ, ਕਿਉਂਕਿ ਕਿਸਾਨ ਨੂੰ ਤੁਸੀਂ ਮਾਰਤਾ, ਕਿਸਾਨ ਦੇ ਤੁਸੀਂ ਡੈਥ ਵਾਰੰਟ ਕੱਢਤੇ, ਰੋਜ਼ ਉਹਨੂੰ ਨੂਣ ਛਿੜਕਦੇ ਹੋ ਜ਼ਖਮ ਤੇ ਆ ਕੇ, ਤੇ ਤੁਸੀਂ ਹਜੇ ਹੋਰ ਕੀ ਭਾਲਦੇ ਹੋ? ਤੁਹਾਡੇ ਗੱਡੀ ਦੇ ਸ਼ੀਸ਼ੇ ਵੀ ਨਾ ਭੰਨੇ ਕੋਈ? ਕਰਦੇ ਕੀ ਫਿਰਦੇ ਹੋ ਤੁਸੀਂ ਇੱਥੇ ਦੀ ਬਜਾਏ ਤੁਸੀਂ ਸਾਰੇ ਬੀਜੇਪੀ ਵਾਲੇ ਲੀਡਰ ਬੈਠਣੇ ਚਾਹੀਦੇ ਦਿੱਲੀ, ਉਹਨਾਂ ਦੇ ਮਗਰ ਪਾਓ, ਉਹਨਾਂ ਨੂੰ ਸਮਝਾਓ। ਇੱਥੇ ਤਾਂ ਤੁਸੀਂ ਇਹ ਪੁੱਠੀ ਗੱਲ ਜਿਹੜੀ ਉਹਨਾਂ ਵਾਲੀ ਕਿਸਾਨਾਂ ਵਾਲੀ ਜਿਹੜੇ ਉਲਟਾ ਗੱਲ ਉਹ ਸਮਝਾਉਣ ਨੂੰ ਫਿਰਦੇ ਹੋ, ਲੋਕਾਂ 'ਚੋਂ ਸੁਣਨ ਨੂੰ ਤਿਆਰ ਨਹੀਂਗੇ। ਜਿਹੜੀ ਕਿਸਾਨਾਂ ਦੀ ਗੱਲ ਉਹ ਤੁਸੀਂ ਕਿਉਂ ਨਹੀਂ ਸਮਝਾਉਂਦੇ? ਇੱਥੇ ਬੈਠੇ ਕਰਦੇ ਕੀ ਹੋ ਵੀ ਸਾਰੇ ਵਿੱਚ ਹੀ ਪ੍ਰਧਾਨ ਸਾਰੇ ਬੀਜੇਪੀ ਜਾ ਕੇ ਉਹਨਾਂ ਦੇ ਮੂਹਰੇ ਲੰਬੇ ਪੋ ਭਾਈ ਵੀ ਅਸੀਂ ਮਰ ਗਏ, ਸਾਡਾ ਕਿਸਾਨ ਮਰ ਗਿਆ। ਤੁਸੀਂ ਕਹਿੰਦੇ ਹੋ ਅਸੀਂ ਆੜਤੀਏ ਦੇ ਨਾਲ, ਅਸੀਂ ਮਜ਼ਦੂਰ ਦੇ ਨਾਲ, ਆਹ ਮਜ਼ਦੂਰ ਦੇ ਨਾਲ ਉਹ ਛੇੜਦੇ ਉਹਨੂੰ ਜਾਣ ਕੇ ਜਾ ਤੇ ਇਹੋ ਜਿਹੀਆਂ ਗੱਲਾਂ ਕਰਨੀਆਂ ਬਾਅਦ 'ਚ
ਕੱਲ ਪੁਰੀ ਸਾਹਿਬ ਜੀ ਅਟੈਕ ਹੋ ਗਏ ਜੀ, ਅਟੈਕ ਇਹ ਕਿਹੜੇ ਅਟੈਕ ਹੋ ਗਏ? ਅਸੀਂ ਤਾਂ ਪਾਕਿਸਤਾਨ ਦੇ ਅਟੈਕ ਚੱਲਦੇ ਆ, ਉਹ ਤਾਂ ਤੁਹਾਨੂੰ ਕਦੇ ਯਾਦ ਨਾ ਆਏ। ਜਦੋਂ ਬੰਬ ਡਿੱਗਦੇ ਆ ਸਾਡੇ ਤੇ ਆ ਕੇ ਅੱਤਵਾਦ ਦਾ ਸੀ ਸੰਤਾਪ ਹੋ ਗਿਆ, ਉਹ ਤਾਂ ਤੁਹਾਨੂੰ ਕਿਸੇ ਨੂੰ ਯਾਦ ਨਹੀਂ। ਤੇ ਪੁਰੀ ਸਾਹਿਬ ਹੋਰ ਗੱਲਾਂ ਗਣਾਉਂਦੇ ਸੀ। ਉਹ ਕਿਸਾਨ ਦੇਸ਼ ਦਾ ਏ, ਉਹ ਕਹਿ ਰਹੇ ਸੀ ਵੀ 84 ਲਈ ਅਸੀਂ ਸਿੱਖਾਂ ਲਈ ਇਹ ਕੀਤਾ, ਕਰਤਾਰਪੁਰ ਸਾਹਿਬ ਅਸੀਂ ਖੋਲਿਆ, ਇਹ ਸਾਡੇ ਤੇ ਇਹਸਾਨ ਕੀਤੇ ਆ ਤੁਸੀਂ। ਉਹ ਸਾਰੀਆਂ ਗੱਲਾਂ ਸਿੱਖਾਂ ਨੂੰ ਬਣਾ ਰਹੇ ਸੀ ਵੀ ਅਸੀਂ ਮੈਂ ਇੰਨੇ ਜਹਾਜ਼ ਚਲਾਤੇ, ਅੰਮ੍ਰਿਤਸਰ ਵਾਲਾ ਜਹਾਜ਼ 에ਅਰਪੋਰਟ ਮੈਂ ਸੁਧਾਰ ਰਿਹਾ, ਇੰਨੀਆਂ ਅਸੀਂ ਟ੍ਰੇਨਾਂ ਚਲਾਤੀਆਂ। ਤੁਸੀਂ ਕੀ ਇਹ ਮਤਲਬ ਸਾਨੂੰ ਇਹ ਪਹਿਲਾਂ ਹੀ ਤੁਸੀਂ ਇਹ ਸੋਚ ਸਮਝ ਕੇ ਸਾਰਾ ਕੁਝ ਸਾਡੇ ਸਿੱਖਾਂ ਲਈ ਕਰਦੇ ਹੋ ਵੀ ਇਹ ਮੁੜ ਕੇ ਰਜਿਸਟਰੀ ਅਸੀਂ ਕਰਕੇ ਰੱਖੀ, ਅਸੀਂ ਤੁਹਾਡੇ ਲਈ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ। ਇਹਦਾ ਮਤਲਬ ਇਹਦਾ ਮਨਸ਼ਾ ਕੀ ਆ ਤੁਹਾਡੀ? ਉਨੇ ਹੀ ਦੇਸ਼ ਵਾਸੀ ਹੈ ਜਿੰਨਾ ਤੁਸੀਂ ਸਾਰੇ ਦੇਸ਼ ਲਈ ਕਰਦੇ ਹੋ, ਉਹਨਾਂ ਪੰਜਾਬ ਲਈ ਕਰਦੇ ਹੋ। ਤੇ ਜਿਹੜੀਆਂ ਇਹ ਗਿਣਤੀਆਂ ਕੀਤੀਆਂ ਪੁਰੀ ਸਾਹਿਬ, ਇਹ ਮਾੜੀ ਗੱਲ ਕੀਤੀ ਆ ਤੁਸੀਂ ਇਹ ਗਣਾਉਂਦੇ ਰਹੇ ਹੋ ਵੀ ਅਸੀਂ ਤਾਂ ਤੁਹਾਡੇ ਤੇ ਬਹੁਤ ਆਸਾਨ ਕੀਤੇ ਹੋਏ, ਇਸ ਕਰਕੇ ਵੀ ਚੁੱਪ ਕਰ ਜਾਓ। ਇਹਦਾ ਮਤਲਬ ਗੱਲ ਇਹ ਆ ਵੀ ਜਿਹੜਾ ਤੁਸੀਂ ਕੱਲ ਕਿਸਾਨ ਤਾਂ ਉੱਤੇ ਕੋਈ ਹੈ ਨਹੀਂ ਸੀ ਜਿਹਦੇ ਨਾਲ ਇਹ ਗੱਲ ਕਰ ਰਹੇ ਸੀ। ਬਾਈ ਬੀਜੇਪੀ ਵਾਲੇ ਜਿਹੜੇ ਕਾਰਜਕਰਤਾ ਸੀ ਉਹਨਾਂ ਨਾਲ ਗੱਲ ਕਰਕੇ ਇਹਨਾਂ ਨੇ ਇਹ ਗੱਲ ਕੀਤੀ। ਇਸ ਤੋਂ ਬਾਅਦ ਕਿਸੇ ਕਿਸਾਨ ਨਾਲ ਨਹੀਂ ਗੱਲ ਕੀਤੀ। ਤੇ ਅੱਜ ਦੇਖਦੇ ਆ ਜਥੇਬੰਦੀਆਂ ਬਹੁਤ ਤਿਆਰੀ ਨਾਲ ਗਈਆਂ ਤੇ ਅੱਜ ਕੈਬਨਿਟ 'ਚ ਜਿਹੜਾ ਇੱਕ ਮੈਂ ਜ਼ਰੂਰ ਕਹਿਣਾ ਹੈ ਵੀ ਜਲਦੀ ਤੋਂ ਜਲਦੀ ਅੱਜ ਮੀਟਿੰਗ ਹੋ ਜਾਣੀ ਆ ਤੇ ਵਿਧਾਨ ਸਭਾ 'ਚ ਜਿਹੜਾ ਸੈਸ਼ਨ ਹੈ ਸਾਡੀ ਗੱਲ ਕਰਦੇ ਆ ਉਹ ਕਿਉਂਕਿ ਤਿਆਰੀ ਕਰਨੀ ਆ। ਕੋਈ ਮਾੜੀ ਜੀ ਗਲਤੀ ਮੁੜ ਕੇ ਹਾਈ ਕੋਰਟ ਸੁਪਰੀਮ ਕੋਰਟ 'ਚ ਉਹ ਜਾ ਕੇ ਕ੍ਰੈਸ਼ ਹੋ ਜੇ, ਉਹ ਬਿੱਲ ਡਿੱਗ ਜਵੇ ਸਾਡਾ। ਸੁਖਬੀਰ ਜੀ ਕਹਿੰਦੇ ਵੀ ਜੇ ਨਾ ਸੈਸ਼ਨ ਬੁਲਾਇਆ ਤਾਂ ਅਸੀਂ ਘਰਾਓ ਕਰਾਂਗੇ ਕਾਂਗਰਸ ਦਾ ਜੀ। ਚਲੋ ਸੁਖਬੀਰ ਹੋਣੀ ਤਾਂ ਹੁਣ ਮੈਂ ਕੀ ਕਹਾਂ ਵੀ ਉਧਰ ਦੇਖੋ ਕਿਸ ਤਰੀਕੇ ਨਾਲ ਸੇਮ ਦਿਨ ਕਿਸਾਨ ਜਥੇਬੰਦੀਆਂ ਨੇ ਚੱਕਾ ਜਾਮ ਕੀਤਾ ਸੀ। ਇਹਨਾਂ ਨੇ ਚੱਕਾ ਜਾਮ ਦਾ ਨਾਂ ਦੇਤਾ, ਉਹਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਚੱਕਾ ਜਾਮ ਇਹਨਾਂ ਨੇ ਪਤਾ ਨਹੀਂ ਕਿਹੜਾ ਕੀਤਾ। ਇਹ ਤਾਂ ਚੱਕੇ ਚਲਾਉਂਦੇ ਰਹੇ ਆ, ਇਹ ਤਾਂ ਚੱਕੇ ਵਾਲੀ ਗੱਡੀਆਂ ਤੇ ਬਹਿ ਕੇ ਇੱਥੇ ਆਏ ਆ ਤੇ ਇਸ ਕਰਕੇ ਸਮਝ ਇਹਨਾਂ ਦੀ ਕੋਈ ਨਹੀਂ। ਸੁਖਬੀਰ ਸਿੰਘ ਬਾਦਲ ਵੀ ਜੇ ਤੋਪਾਂ ਦਾ ਗੋਲਿਆਂ ਦਾ ਮੂੰਹ ਕਰਨਾ ਦਿੱਲੀ ਵੱਲ ਨੂੰ ਸ਼ੁਰੂ ਕੱਢਣ ਪੰਜਾਬ ਵੱਲ ਨਾ, ਕਿ ਇਹ ਬਿੱਲ ਤਾਂ ਉਹਨਾਂ ਨੇ ਲਿਆਂਦਾ, ਪੰਜਾਬ ਨੇ ਤਾਂ ਜਿਹੜਾ ਕਰਨਾ ਹੀ ਕਰਨਾ ਹੈ। ਪੰਜਾਬ ਤਾਂ ਇੱਕ ਤੋਂ ਅੱਗੇ ਹੋ ਕੇ ਕਰੂਗਾ, ਕਾਂਗਰਸ ਪਾਰਟੀ ਵੀ ਕਰੇਗੀ, ਆਮ ਆਦਮੀ ਵੀ ਉੱਥੇ ਸਪੋਰਟ ਕਰੇਗਾ, ਅਕਾਲੀ ਦਲ ਵੀ ਸਪੋਰਟ ਕਰੇਗਾ। ਅੱਜ ਕੈਬਨਿਟ ਆ, ਅੱਜ ਕੈਬਨਿਟ ਇਹ ਤਰੀਕ ਦਾ ਐਲਾਨ ਅੱਜ ਆ ਜਿਹੜਾ, ਕਿਉਂਕਿ ਕੈਬਨਿਟ ਪਹਿਲਾਂ ਰੱਖਣੀ ਪੈਣੀ ਹੈ। ਹੁਣ ਸਾਰਾ ਕੱਲੇ ਬਿੱਲ ਦੀ ਕੀ ਉਸ ਕਮੀਆਂ ਕੀ ਕਿਉਂਕਿ ਵੱਡੇ ਤੋਂ ਵੱਡੇ ਮਾਹਰ ਲਾ ਕੇ ਉਹ ਤਿਆਰ ਕੀਤੇ। ਇਹ ਤਾਂ ਹੈ ਨਹੀਂ ਅੱਜ ਜਿਵੇਂ ਗਲਤੀ ਕਰ ਲਈ ਸੀ ਤੁਹਾਡੇ ਇੱਥੇ ਦੇ ਲੀਡਰ ਨੇ ਲੱਖੋਵਾਲ ਸਾਹਿਬ, ਉਹ ਸੁਪਰੀਮ ਕੋਰਟ ਚਲੇ ਗਏ ਸੀ, ਵਾਪਸ ਆਉਣਾ ਪਿਆ ਨਾ, ਕਿਉਂਕਿ ਪਤਾ ਲੱਗ ਗਿਆ ਵੀ ਇਹ ਸੁਪਰੀਮ ਕੋਰਟ ਤੋਂ ਮੋਦੀ ਨੇ ਡੰਡਾ ਦੇ ਕੇ, ਕਿਉਂਕਿ ਹੁਣ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕੋਰਟਾਂ ਤੇ ਕੋਈ ਸਤਿਕਾਰਯੋਗ ਕੋਰਟ ਨੇ, ਪਰ ਜਿੱਥੇ ਤੱਕ ਕੋਰਟ ਨੇ, ਇਲੈਕਸ਼ਨ ਕਮਿਸ਼ਨ ਆ, ਹੋਰ ਸਾਰਿਆਂ ਦਾ ਇੱਕ ਤਰ੍ਹਾਂ ਦਾ ਧੱਕਾ ਕਰ ਰਹੇ ਆ ਤੇ ਇਸ ਕਰਕੇ ਉਹ ਬਿੱਲ ਵੀ ਇਹ ਵੀ ਇਹਨਾਂ ਨੇ ਫੈਸਲਾ ਕੋਈ ਸੁਪਰੀਮ ਕੋਰਟ 'ਚ ਕਰਾ ਦੇਣਾ। ਸਿਆਸੀ ਪਾਰਟੀ ਕਹਿੰਦੀ ਰਾਹੁਲ ਗਾਂਧੀ ਜਿਹੜੀ ਟਰੈਕਟਰ ਫੇਰੀ ਹੋਈ ਆ ਜਾਂ ਕਿਸਾਨ ਨੇ ਕਹਿੰਦੀ ਉਹ ਸੋਫੇ ਲਾ ਕੇ ਕੈਪਟਨ ਸਾਹਿਬ ਸੋਫੇ ਲਾ ਕੇ ਬੈਠੇ ਆ ਵੀ ਸਿਰਫ ਇੱਕ ਡਰਾਮੇਬਾਜ਼ੀ ਜੇ ਤੋਂ ਇਲਾਵਾ ਹੋਰ ਕੁਝ ਨਹੀਂ ਸੀਗਾ। ਦੇਖੋ ਮੈਂ ਕਹਿੰਦਾ ਵੀ ਨੁਕਸ ਕੱਢਣ ਵਾਲੇ ਨੇ ਤਾਂ ਆ ਸਾਰਾ ਤੁਹਾਡਾ ਚਿੱਟਾ ਕਮੀਜ਼ ਪਾਇਆ ਹੋਇਆ, ਇਹ 'ਚ ਮੈਂ ਇੱਕ ਦਾਗ ਕੱਢ ਕੇ ਕਹਿ ਦਵਾਂ ਜੀ ਇਹ ਤਾਂ ਮੈਲਾ ਹੈ ਤੇ ਫਿਰ ਇਹ ਤਾਂ ਮੇਰੀ ਨਲਾਇਕੀ ਆ ਨਾ। ਇਹ ਨਹੀਂ ਦੇਖਣਾ ਵੀ ਬਾਕੀ ਜਿਹੜਾ ਚਿੱਟਾ ਕਮੀਜ਼ ਆ ਉਹਦੀ ਚਮਕ ਕਿੰਨੀ ਆ। ਇਹ ਇੱਕ ਜੇ ਹੁਣ ਕੈਪਟਨ ਅਮਰਿੰਦਰ ਸਿੰਘ ਜੀ, ਰਾਹੁਲ ਜੀ ਦੀ ਗੱਲ ਛੱਡੋ, ਕੈਪਟਨ ਅਮਰਿੰਦਰ ਸਿੰਘ ਜੀ ਜੇ ਉਹਨਾਂ ਦੀ ਅੱਜ ਏਜ ਦੇਖਦੇ ਹੋਏ, ਉਹਨਾਂ ਦੀ ਹੈਲਥ ਦੇਖਦੇ ਹੋਏ ਜੇ ਉਹਨਾਂ ਲਈ ਕੋਈ ਗੱਦੀ ਥੱਲੇ ਰੱਖਤੀ ਤੇ ਫਿਰ ਇਹ 'ਚ ਕੀ ਫਰਕ ਪੈ ਗਿਆ ਮੈਨੂੰ ਇਹ ਦੱਸੋ। ਟਰੈਕਟਰ ਖੇਤਾਂ 'ਚ ਤਾਂ ਨਹੀਂ ਚੱਲ ਰਿਹਾ, ਸੜਕ ਤੇ ਹੀ ਚੱਲ ਰਿਹਾ ਸੀ ਨਾ, ਤੇ ਸੜਕ ਦੇ ਉੱਤੇ ਉਹ ਟਰੈਕਟਰ ਜਿਹੜਾ ਤੇਜ਼ ਵੀ ਚੱਲਣਾ, ਹੋਰ ਤਰੀਕੇ ਨਾਲ ਬ੍ਰੇਕ, ਕਦੇ ਲੋਕ ਆ ਗਏ ਮੂਹਰੇ ਕਦੇ ਰੋਕਣਾ, ਤੇ ਉਹ ਇਸ ਗੱਲ ਕਰਕੇ ਸਿਕਿਉਰਿਟੀ ਦੀ ਰੀਜ਼ਨ ਕਰਕੇ ਉਹ ਮੂਹਰੇ ਪ੍ਰੀਕਾਸ਼ਨਸ ਜਿਹੜੀਆਂ ਉਹ ਲਾਤੀਆਂ ਤੇ ਇਹਦੇ ਨਾਲ ਟਰੈਕਟਰ ਨੂੰ ਕੀ ਫਰਕ ਪਿਆ। ਇੱਕ ਆਵਾਜ਼ ਹਿੰਦੁਸਤਾਨ ਦਾ ਕੋਈ ਲੀਡਰ ਆਇਆ ਹੋਰ ਪੰਜਾਬ ਦੇ ਕਿਸਾਨਾਂ ਨਾਲ ਮੋਢਾ ਲਾਉਣ ਕੌਣ ਆਇਆ? ਦੱਸ ਦਿਨ ਜਾਂ ਤਾਂ ਇਹਨਾਂ ਦੇ ਕੋਈ ਲੀਡਰ ਆਏ ਹੋਣ, ਹੋਰ ਇਹਨਾਂ ਦੀਆਂ ਕੋਈ ਪਾਰਟੀਆਂ ਆਈਆਂ ਹੁਣ। ਰਾਹੁਲ ਗਾਂਧੀ ਉਹ ਆਇਆ ਜਿਹਨੇ 3 ਦਿਨ ਧੁੱਪ 'ਚ ਫਿਰਦਾ ਰਿਹਾ, ਨਾਲ ਦੀ ਨਾਲ ਅੱਗੇ ਵੀ ਹਮੇਸ਼ਾ ਆਉਂਦਾ ਰਿਹਾ, ਉਹਨੇ ਕੋਈ ਸਾਨ ਨਹੀਂ ਕੀਤਾ, ਪਰ ਹੁਣੇ ਸੁੱਤੇ ਉੱਠਿਆ ਹੁਣ ਕਿਸਾਨਾਂ ਨੂੰ ਸੱਦਣ ਲੱਗ ਗਏ ਕਿ ਨਹੀਂ? ਇਹਨਾਂ ਦੀ ਐਸੀ ਵੱਜੀ ਕਿ ਨਹੀਂ? ਰਾਹੁਲ ਜੀ ਦੀ ਫੇਰੀ ਤੋਂ ਬਾਅਦ ਕਾਂਗਰਸ ਵੀ ਕਸਮਾਨ ਛਿੜ ਗਿਆ, ਉਹ ਦੋਸ਼ ਲੱਗਣ ਲੱਗੇ ਵੀ ਨਵਜੋਤ ਸਿੰਘ ਵੀ ਮਾਈਗ੍ਰੇਟ ਨੇ। ਤੁਸੀਂ ਵੀ ਕਿਹਾ ਵੀ ਮਨਪ੍ਰੀਤ ਬਾਦਲ ਜੀ ਬਾਰੇ ਵੀ ਕਿੰਤੂ ਹੋ ਰਿਹਾ ਵੀ ਉਹ ਵੀ ਮਾਈਗ੍ਰੇਟ ਨੇ, ਵੀ ਜਿਹੜਾ ਨਵਾਂ ਕਲੇਸ਼ ਕੋਈ ਖਰਾਬ ਨਹੀਂ ਕਰੂਗਾ ਕਾਂਗਰਸ ਦਾ। ਮੈਂ ਤਾਂ ਕੋਈ ਮਾੜੀ ਗੱਲ ਨਹੀਂ ਕਹੀ, ਮੈਂ ਤਾਂ ਇਹੀ ਕਿਹਾ ਵੀ ਆਪਾਂ ਸਟੇਜ ਤੇ ਜੇ ਤਮਾਸ਼ਾ ਕਰਨਾ ਹੈ, ਹੁਣ ਨਹੀਂ ਉਹ ਬਣਦੀ, ਸਕੇ ਭਰਾਵਾਂ ਦੀ ਵੀ ਨਹੀਂ ਬਣਦੀ ਕਈ ਵਾਰ, ਤੇ ਬਾਪ ਅਲੱਗ-ਅਲੱਗ ਕਰ ਦਿੰਦਾ ਉਹਨਾਂ ਨੂੰ, ਤੇ ਇਹ 'ਚ ਕੋਈ ਮਾੜੀ ਗੱਲ ਹੈ ਜੇ ਅਲੱਗ ਕੋ ਕੰਮ ਵੀ ਵਧੀਆ ਕਰ। ਨਵਜੋਤ ਸਿੰਘ ਤੂੰ ਜਾਣਾ ਚਾਹੀਦਾ ਪਾਰਟੀ ਤੋਂ ਬਾਹਰ, ਜਿਹਨਾਂ ਨਹੀਂ ਬਣਦੀ ਇੱਥੇ। ਦੇਖੋ ਮੈਨੂੰ ਜੋ ਲੱਗਦਾ, ਜਿੰਨੀ ਕੁ ਮੇਰੀ ਸੋਚ ਆ, ਮੈਂ ਇਹ ਨਹੀਂ ਕਹਿ ਰਿਹਾ, ਮੈਂ ਸਿੱਧੂ ਸਾਹਿਬ ਦੇ ਵੀ ਭਲੇ ਲਈ ਪਾਰਟੀ ਲਈ ਵੀ ਆਪਣੀ ਗੱਲ ਕੀਤੀ ਹੈ, ਤੇ ਇਹ ਮੇਰੀ ਆਪਣੀ ਨਿੱਜੀ ਰਾਏ ਹੋ ਸਕਦੀ ਹੈ, ਮੈਂ ਇਹ 'ਚ ਗਲਤ ਵੀ ਹੋ ਸਕਦਾ, ਪਰ ਮੈਨੂੰ ਲੱਗਦਾ ਜਿੱਥੇ ਬੰਦੇ ਦਾ ਸਾਹ ਘੁੱਟਦਾ ਹੋਵੇ, ਸਭ ਕੁਝ ਹੋਣ ਦੇ ਬਾਵਜੂਦ ਉਹਨੂੰ ਤਕਲੀਫ ਹੁੰਦੀ ਹੋਵੇ, ਗੱਲ ਨਾ ਬਣਦੀ ਹੋਵੇ, ਜਿਵੇਂ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਪਹਿਲਾਂ ਹੀ ਤੁਸੀਂ ਬਿਠਾ ਕੇ ਰੱਖਿਆ ਹੋਇਆ, ਬੋਲਣ ਵੇਲੇ ਉਹਨਾਂ ਨੇ ਇਹ ਗੱਲ ਕਹੀ, ਫਿਰ ਆਪਾਂ ਔਖੇ ਹੋ ਕੇ ਕਾਹਨੂੰ ਜਾਣਾ? ਜਿਸ ਪਾਰਟੀ 'ਚ ਆਪਣਾ ਸਾਹ ਔਖਾ ਏ, ਆਪਾਂ ਨੂੰ ਜ਼ਬਰਦਸਤੀ ਕੋਈ ਬਿਠਾ ਕੇ ਰੱਖਦਾ
ਆਪਾਂ ਨੂੰ ਕੀ ਲੋੜ ਪਈ ਆ ਉਸ ਪਾਰਟੀ 'ਚ ਰਹਿਣ ਦੀ, ਤੇ ਖਬਰਾਂ ਵੀ ਫਿਰ ਉਹੋ ਜਿਹੀਆਂ ਚੱਲਦੀਆਂ ਐ। ਤੇ ਸਿੱਧੂ ਸਾਹਿਬ ਬੜੇ ਵੱਡੇ ਲੀਡਰ ਨੇ ਪੰਜਾਬ 'ਚ, ਉਹਨਾਂ ਦੀ ਥੋੜੀ ਗੱਲ ਤਾਂ ਹੈ ਨਹੀਂ ਗੀ, ਤੇ ਹੱਥ ਜਮਾ ਕੇ ਦੇਖਣਾ ਚਾਹੀਦਾ, ਕਿਉਂਕਿ ਹੁਣ ਇਹ ਪਾਰਟੀਆਂ ਦੇ ਵਿੱਚ ਤਾਂ ਉਹਨਾਂ ਨੇ ਦੇਖ ਲਿਆ, ਇਹ 'ਚ ਤਾਂ ਉਹ ਜਿਸ ਲੈਵਲ ਤੇ ਹੈਗੇ ਆ। ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ 22 ਤੱਕ ਮੁੱਖ ਮੰਤਰੀ ਉਹਨਾਂ ਨੇ ਰਹਿਣਾ ਹੈ। ਅਗਲੀ ਇਲੈਕਸ਼ਨ ਉਹਨਾਂ ਨੇ ਕਹਿਤਾ ਵੀ ਮੈਂ ਲੜਨੀ ਆ, ਮੇਰੀ ਰਹਿਨਮਾਈ 'ਚ ਲੜੀ ਜਾਊਗੀ। ਅਗਲੀ ਇਲੈਕਸ਼ਨ ਤੁਹਾਨੂੰ ਕੀ ਲੱਗਦਾ ਜੀ 2022 ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਲੜੇ, ਤੁਸੀਂ ਵੀ ਸਾਰੇ ਤਿਆਰ ਹੋ ਵੀ ਉਹਨਾਂ ਦੀ ਅਗਵਾਈ ਲੜੀ ਜਾਵੇ, ਕੋਈ ਇਤਰਾਜ਼ ਨਹੀਂ ਹੈਗਾ? ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਵੱਡਾ ਲੀਡਰ ਤਾਂ ਕੋਈ ਹੈ ਨਹੀਂਗਾ, ਤੇ ਕਿਸੇ ਨੇ ਤਾਂ ਉਹਨਾਂ ਨੂੰ ਜ਼ਬਰਦਸਤੀ ਤਾਂ ਜਦੋਂ ਐਮਐਲਏ ਜਿਹੜੀ ਤੁਹਾਨੂੰ ਪਤਾ ਹੈ ਜਦੋਂ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਸਾਰੀ ਕਾਂਗਰਸ ਪਾਰਟੀ ਉਹਨਾਂ ਦੇ ਹੱਕ 'ਚ ਭੁਗਤੀ। ਪ੍ਰਤਾਪ ਬਾਜਵਾ ਜੀ ਨੂੰ ਜਦੋਂ ਹਟਾਉਣਾ ਸੀ ਤੇ ਜਦੋਂ ਚੀਫ ਮਿਨਿਸਟਰ ਦੀ ਗੱਲ ਹੋਈ ਉਹਨਾਂ ਨੂੰ ਪਹਿਲਾਂ ਅਨਾਉਂਸ ਕਰਨਾ ਪਿਆ, ਚੀਫ ਮਿਨਿਸਟਰ ਕਿਤੇ ਹੁੰਦਾ ਨਹੀਂ ਸੀ ਪਾਰਟੀ 'ਚ, ਇੰਨੀ ਲੋਕਪ੍ਰਿਯਤਾ ਦੇਖ ਕੇ ਉਹਨਾਂ ਨੂੰ ਅਨਾਉਂਸ ਕਰਨਾ ਪਿਆ। ਤੇ ਅੱਜ ਵੀ ਜਿਹੜੇ ਐਮਐਲਏ ਨੇ ਸਾਰੇ ਉਹਨਾਂ ਦੇ ਨਾਲ ਨੇ, ਗੱਲ ਤਾਂ ਬਹੁਤ ਗਿਣਤੀ ਦੀ ਆ ਨਾ। ਜੇ ਮੈਂ ਕਹਾਂ ਅੱਜ ਮੈਂ ਸੀਐਮ ਬਣਨਾ ਜੀ, ਮੈਂ ਪ੍ਰਧਾਨ ਬਣਨਾ ਜੀ, ਬੰਦਾ ਮੇਰੇ ਨਾਲ ਇੱਕ ਨਾ ਹੋਵੇ, ਗੱਲ ਤਾਂ ਬੰਦਿਆਂ ਦੀ ਆ। ਜਾਂ ਤਾਂ ਫਿਰ ਬੰਦੇ ਨਾਲ ਖੜੇ ਕਰੋ ਜਿਹਦੇ ਨਾਲ ਕੰਮ ਚਲਾਉਣਾ। ਕਿਤੇ ਵੀ ਛੋਟੀ ਤੋਂ ਛੋਟੀ ਚੋਣ ਹੁੰਦੀ ਆ, ਉਹ ਵੋਟਾਂ ਦੀ ਗਿਣਤੀ ਨਾਲ ਹੁੰਦੀ ਆ ਨਾ, ਤੇ ਮੁੱਖ ਮੰਤਰੀ ਤੇ ਪ੍ਰਧਾਨ ਵੀ ਉਹੀ ਬਣਦਾ ਜਿਹਦੇ ਨਾਲ ਐਮਐਲਏ ਨੇ। ਜੇ ਐਮਐਲਏ ਨਾਲ ਜਿਹਦੇ ਨੇ ਉਹ ਨਹੀਂ ਰਹਿਣਾ, ਉਹ ਅੱਜ ਐਮਐਲਏ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਨੇ, ਤੇ 22 ਤੱਕ ਵੀ ਉਹਨਾਂ ਨਾਲ ਨੇ, ਜੋ ਉਹਨਾਂ ਦਾ ਅੱਗੇ ਆਦੇਸ਼ ਹੋਊਗਾ। ਅੱਗੇ ਤਾਂ ਭਾਈ ਸਾਰੇ ਕਹਿੰਦੇ ਵੀ ਜੇ ਸਰਕਾਰ ਬਣੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਕਰਕੇ ਬਣੀ ਹੈ, ਤੇ ਅੱਜ ਇਹੋ ਜਿਹੀ ਗੱਲ ਕੋਈ ਕਿਉਂ ਕਰਦਾ ਹੈ? ਉਹਨਾਂ ਦੀ ਰਹਿਨਮਾਈ 'ਚ 5 ਸਾਲ ਅਸੀਂ ਸਰਕਾਰ 'ਚ ਐਮਐਲਏ ਬਣ ਗਏ, ਐਮਪੀ ਬਣ ਗਏ, ਤਾਂ ਉਹਨਾਂ ਕਰਕੇ ਬਣੇ ਆ। ਤੇ ਜੇ ਅਗਲੇ ਉਹਨਾਂ ਨੇ ਕਿਹਾ 22 'ਚ ਵੀ ਮੈਂ ਲੜੂੰਗਾ ਆਪਣੀ ਇਲੈਕਸ਼ਨ, ਤੇ ਜਿਹੜਾ ਨਹੀਂ ਲੜਨਾ ਚਾਹੁੰਦਾ ਉਹਨਾਂ ਦੀ ਰਹਿਨਮਾਈ 'ਚ, ਤਾਂ ਹੀ ਤਾਂ ਮੈਂ ਕਹਿ ਰਿਹਾ ਵੀ ਜਦੋਂ ਜਿਹੜਾ ਕੋਈ ਨਹੀਂ ਚਾਹੁੰਦਾ ਉਹਨਾਂ ਦੀ ਰਹਿਨਮਾਈ 'ਚ ਲੜਨੀ ਇਲੈਕਸ਼ਨ, ਉਹ ਆਪਣਾ ਇੰਡੀਪੈਂਡੈਂਟ ਰੱਖ ਸਕਦਾ, ਆਪਣੀ ਅਲੱਗ ਗੱਲ ਰੱਖ ਸਕਦਾ, ਕਿਉਂਕਿ ਨਾ ਤੁਸੀਂ ਅਕਾਲੀ ਦਲ 'ਚ ਜਾਣਾ ਨਾ ਬੀਜੇਪੀ 'ਚ ਜਾਣਾ। ਕਾਂਗਰਸ 'ਚ ਹੁਣ ਤੁਹਾਡੀ ਦਾਲ ਨਹੀਂ ਗੱਲ ਰਹੀ, ਫਿਰ ਹੋਰ ਮੈਂ ਗਲਤ ਕਿਹਾ ਕੋਈ? ਤੇ ਮਨਪ੍ਰੀਤ ਬਾਦਲ ਜੀ ਬਾਰੇ ਜਿਹੜਾ ਤੁਸੀਂ ਕਿਹਾ ਉਹ ਮਾਈਗ੍ਰੇਟਡ ਨੇ, ਉਹਦੇ ਬਾਰੇ ਵੀ ਉਹ ਵੀ ਜੇ ਜਾਣ। ਮੈਂ ਤਾਂ ਇਹ ਗੱਲ ਕਹਿ ਰਿਹਾ ਸੀ, ਮੈਂ ਉਹਨਾਂ ਦੀ ਜਾਣ ਨਹੀਂ, ਉਹਨਾਂ ਨੇ ਕਦੇ ਇਹੋ ਜਿਹੀ ਗੱਲ ਨਹੀਂ ਕਹੀ। ਮੈਂ ਤਾਂ ਇਹ ਗੱਲ ਕਰ ਰਿਹਾ ਸੀ ਵੀ ਜਿਹੜੇ ਕਾਂਗਰਸੀ ਨੇ ਉਹ ਵੀ ਤਾਂ ਚੁੱਪ ਕਰੇ ਬੈਠੇ ਨੇ ਪੁਰਾਣੇ, ਉਹਨਾਂ ਨੇ ਤਾਂ ਕਦੇ ਤਕਲੀਫ ਨਹੀਂ ਜ਼ਾਹਿਰ ਕੀਤੀ ਵੀ ਇਹ ਦੋ ਜਣੇ ਕਿਉਂ ਮੰਤਰੀ ਬਣ ਗਏ। ਮੈਂ ਤਾਂ ਇਹ ਕਹਿ ਰਿਹਾ ਸੀ ਵੀ ਕਾਂਗਰਸੀਆਂ ਨੇ ਕਦੇ ਨਹੀਂ ਕਿਹਾ ਇਹ ਬਾਹਰੋਂ ਆ ਕੇ ਕਿਉਂ ਰੌਲਾ ਪਾਉਂਦੇ ਆ। ਮੈਂ ਤਾਂ ਇਹ ਕਹਿ ਰਿਹਾ ਸੀ ਵੀ ਮਨਪ੍ਰੀਤ ਸਿੰਘ ਜੀ ਤੇ ਨਵਜੋਤ ਸਿੱਧੂ ਸੱਜੇ ਤੇ ਖੱਬੇ ਬਹਿੰਦੇ ਆ ਕੈਪਟਨ ਅਮਰਿੰਦਰ ਸਿੰਘ ਜੀ ਦੇ ਪਹਿਲੇ ਦਿਨੋਂ, ਤੇ ਜਿਹੜੇ ਕਾਂਗਰਸੀ ਪੁਰਾਣੇ ਸੀ ਬਹੁਤ, ਲਾਲ ਸਿੰਘ ਜੀ ਦਾ ਬੇਟਾ ਲਾਲ ਸਿੰਘ ਜੀ ਕਿੰਨੇ ਪੁਰਾਣੇ ਬੰਦੇ ਸੀ। ਐਂ ਮੈਂ ਬਾਜਵਾਈ ਦਾ ਨਾਮ ਆਪਣੇ ਪਰਿਵਾਰ ਦਾ ਲਿਆ, ਹੋਰ ਬਹੁਤ ਸੀਨੀਅਰ ਜਿਹੜੇ ਪਰਿਵਾਰ ਬੈਠੇ ਆ। ਤੇ ਇਸ ਕਰਕੇ ਜੇ ਫਿਰ ਵੀ ਤੁਸੀਂ ਸੰਤੁਸ਼ਟ ਨਹੀਂ, ਮੈਂ ਤਾਂ ਗੱਲ ਕਹੀ ਸੀ ਵੀ ਇੰਨੇ ਕਾਂਗਰਸ ਨੂੰ ਇਗਨੋਰ ਕਰਕੇ ਪਿੱਛੇ ਬਿਠਾ ਕੇ ਤੁਹਾਨੂੰ ਅਗਲੀਆਂ ਕੁਰਸੀਆਂ ਦਿੱਤੀਆਂ, ਤੇ ਇਸ ਕਰਕੇ ਤੁਹਾਨੂੰ ਉਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ। ਧੰਨਵਾਦ ਜੀ। ਤੇ ਅਸੀਂ ਸਾਡੇ ਨਾਲ ਲੋਕ ਸਭਾ ਹਰਿਆਣਾ ਤੋਂ ਐਮਪੀ ਰਮਨੀਤ ਸਿੰਘ ਬਿੱਟੂ ਜੀ, ਤੇ ਜਿਹੜਾ ਨੇ ਆਪਣੇ ਪੂਰੇ ਵਿਚਾਰ ਨਵਜੋਤ ਸਿੰਘ ਬਿੱਟੂ ਬਾਰੇ ਕਿਸਾਨੀ ਮੁੱਦਿਆਂ ਬਾਰੇ ਰੱਖੇ। ਮੈਂ ਗੁਰਦੀਪ ਸਿੰਘ ਟੱਕਰ, ਜਗਬਾਣੀ ਟੀਵੀ ਤੋਂ ਮਾਛੜ ਸਾਹਿਬ ਤੋਂ।